ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਬਰਨ ਜਾਤ ਹਰ ਪਾਤ ਨਹਨ ਜਿਹੇ ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਹਮ ਤੋਜ ਕਹਿਚੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਤੂੰ ਠਾਕਰੋ ਵੈਰਾਗਰੋ ਮੈਂ ਜਿਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈਂ ਕਿਰਪਾ ਕੀਜੈ ਸਾਮਤ ਦੀਜੈ ਪਾਠ ਪਹਿਰ ਤੁਧ ਤਿਹਾਈ ਗਰਬ ਨਾ ਕੀਜੈ ਰੇਣ ਹੋਵੀਜੈ ਤਾਗਤ ਜੀਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਕਣ ਚੇਰੀ ਰਾਮ ਸਭੇ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਕਣ ਚੇਰੀ ਰਾਮ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜੋ ਵਿਖ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੇ ਨੂਰ ਅਰਸਾਂ ਕੁਰਸਾਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ
ਮਲ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਚਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮਸੇ, ਸੇ ਘਰ ਭਾਗਠ ਦੇਖ। ਬਾਬਾ ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਹਿਆ। ਵਿਰਲਾ ਬੂਝੈ ਕੋਏ, ਰਹਾਉ ਹਾਣ ਹਟ ਕਰ ਆਰਜਾ। ਸਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡ ਸਾਲ। ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਉ ਵਣਜ ਕਰ। ਲੈ ਲਾਹਾ ਮਨ ਹਸ, ਸੁਣ ਸਾਸਤ ਸੋਦਾਗਰੀ। ਸਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ। ਮਤ ਮਨ ਜਾਣੈ ਕਲ, ਨਿਰੰਕਾਰ ਕੈ ਦੇਸ ਜਾਹੇ। ਤਾਂ ਸੁਖ ਲਹੈ ਮਹਲ, ਲਾਏ ਚਿਤ ਕਰ ਚਾਕਰੀ। ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਵਣੀ। ਤਾਕੋ ਆਖੈ ਧਨ, ਨਾਨਕ ਵੇਖੈ ਨਦਰ ਕਰ। ਚੜ੍ਹੈ ਚਵਗਣ ਵਨ, ਲਾਏ ਚਿਤ ਕਰ ਚਾਕਰੀ। ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਵਣੀ। ਤਾਂ ਕੋ ਆਖੈ ਧਨ, ਨਾਨਕ ਵੇਖੈ ਨਦਰ ਕਰ। ਚੜ੍ਹੈ ਚਵਗਨ ਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ। ਗੁਰਦੇਵ ਦੀ ਧੁਰ ਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠਾ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੀ ਵਿਚਾਰ। ਗੁਰਬਾਣੀ ਦੀ ਵਿਚਾਰ
ਸਰਵਣ ਕਰਨ ਵਾਸਤੇ ਸ੍ਰੀ ਮੁਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਆਪ ਜੀ ਗੁਰੂ ਚਰਨਾਂ 'ਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਪਹਿਲੇ ਪਾਤਸ਼ਾਹ ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਉਦਾਸੀ ਕਰਕੇ ਪਹਿਲੀ ਮਹਾਰਾਜ ਜਦੋਂ ਵਾਪਸ ਪਰਤੇ ਹਨ ਆਪਣੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਆਏ ਹਨ। ਬਾਬਾ ਤੇਜਭਾਨ ਜੀ, ਚੰਦਰਭਾਨ ਜੀ, ਉਹਨਾਂ ਦੇ ਖੂਹ ਤੇ ਜੋ ਭਾਈ ਬਾਲਾ ਜੀ ਦੇ ਪਿਤਾ ਜੀ ਸਨ, ਮਹਾਰਾਜ ਜੀ ਆ ਕੇ ਬੈਠੇ ਕਿਨਾਰੇ ਤੇ। ਨਗਰ ਵਿੱਚ ਨਹੀਂ ਗਏ। ਪਿੰਡ 'ਚ ਖਬਰ ਹੋਈ ਮਾਤਾ ਜੀ, ਪਿਤਾ ਜੀ, ਚਾਚਾ ਲਾਲੂ ਜੀ, ਨਗਰ ਦਾ ਰਾਜਾ ਰਾਏ ਬੁਲਾਰ, ਇਹ ਸਭ ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆਏ ਨੇ। ਗੁਰੂ ਪਾਤਸ਼ਾਹ ਨਾਲ ਵਾਰਤਾਲਾਪ ਹੋਈ, ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ। ਉਸ ਵਾਰਤਾਲਾਪ ਦੇ ਅਨੁਸਾਰ ਗੁਰਦੇਵ ਨੇ ਇਹ ਪਵਿੱਤਰ ਸ਼ਬਦ ਪਿਤਾ ਜੀ ਹੋਣਾ ਨੂੰ, ਮਾਤਾ ਜੀ ਹੋਣਾ ਨੂੰ, ਰਾਏ ਬੁਲਾਰ ਜੀ ਹੋਣਾ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ। ਭਾਵੇਂ ਕਿ ਸੰਬੋਧਨ ਉਸ ਵੇਲੇ ਪਿਤਾ ਜੀ ਪ੍ਰਤੀ ਹੈ, ਪਰ ਅੱਜ ਦੇ ਸਮੇਂ ਵਿੱਚ ਕਹਿ ਲਈਏ ਤਾਂ ਇਹ ਸੰਬੋਧਨ ਸਾਡੇ ਵਾਸਤੇ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਇਹ ਸਤਿਗੁਰੂ ਜੀ ਸਾਨੂੰ ਸੰਬੋਧਨੀਏ ਹੋ ਕੇ ਦੱਸ ਰਹੇ ਨੇ। ਆਓ ਕੁਝ ਸਮੇਂ ਲਈ ਗੁਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪਹਿਲਾ। ਘਰ ਪਹਿਲਾ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਸੋਰਠ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਾਹਰ ਪੀਰ ਜਗਤ ਗੁਰ ਬਾਬਾ ਇਹ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਉਚਾਰਨ ਕਰਦੇ ਹਨ। ਪਰ ਪਹਿਲੇ ਘਰ ਸੁਰ ਤਾਲ ਵਿੱਚ ਇਸ ਪਵਿੱਤਰ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਮਨ ਹਾਲੀ। ਪਿਤਾ ਜੀ ਨੇ ਕਿਹਾ ਪੁੱਤਰ ਖੇਤੀ ਕਰ ਲੋ, ਆਪਣੇ ਵੀ ਖੇਤ ਬਹੁਤ ਨੇ, 20 ਖੂਹਾਂ ਦੀ ਖੇਤੀ ਲਾ ਦਿੰਨੇ ਆ। ਰਾਏ ਬੁਲਾਰ ਨੇ ਕਿਹਾ ਕੋਈ ਮਾਮਲਾ, ਕੋਈ ਟੈਕਸ ਨਹੀਂ ਦੇਣਾ ਪਵੇਗਾ, ਆਪੇ ਵਾਹੋ ਆਪੇ ਖਾਓ। ਤਾਂ ਮੇਰੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ। ਆਖਿਆ ਪਿਤਾ ਜੀ ਆਪਣੇ ਮਨ ਨੂੰ ਹਾਲੀ ਬਣਾਉਣਾ। ਖੇਤ ਵਾਹੁਣ ਵਾਸਤੇ ਜਿਵੇਂ ਹਲ ਚਾਹੀਦਾ, ਇਹ ਮਨ ਹਾਲੀ, ਇਹਨੂੰ ਹਲ ਬਣਾਓ। ਹਾਲੀ ਕੱਢਣਾ ਇਸ ਨੂੰ। ਸ਼ੁਰੂਆਤ ਵਿੱਚ, ਪ੍ਰਾਰੰਭ ਵਿੱਚ ਸਾਧਨਾ ਕਰਦਿਆਂ, ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਸੰਗਤ ਕਰਦਿਆਂ ਇਹ ਮਨ ਇਕਾਗਰ ਨਹੀਂ ਹੁੰਦਾ, ਟਿਕਦਾ ਨਹੀਂ।
ਫਿਰ ਇਸ ਨੂੰ ਹਾਲੀ ਬਣਾਉਣਾ। ਜਿਵੇਂ ਬਲਦ ਨੂੰ ਹਾਲੀ ਕੱਢਿਆ ਜਾਂਦਾ ਸੀ ਨਾ, ਬੈੜਾ ਬਲਦ ਹੋਣਾ, ਪਹਿਲਾਂ ਵੈੜਕਾ, ਤਾਂ ਉਸ ਵੈੜ ਕੇ ਬਲਦ ਨੂੰ ਹਾਲੀ ਬਣਾਉਣ ਵਾਸਤੇ ਪਹਿਲਾਂ ਉਹਨੂੰ ਜੋੜਨਾ ਪੈਂਦਾ ਸੀ, ਤੇ ਹੌਲੇ ਹੌਲੇ ਫਿਰ ਉਹਨੂੰ ਹਾਲੀ ਬਣਾ ਕੇ ਆਪਣੇ ਇਸ਼ਾਰਿਆਂ ਤੇ ਜ਼ਿਮੀਂਦਾਰ ਉਸ ਬਲਦ ਨੂੰ ਨਚਾਉਂਦਾ। ਪਰ ਜਦੋਂ ਤੱਕ ਹਲ 'ਚ ਨਾ ਜੋੜਿਆ ਜਾਵੇ, ਉਹਨੂੰ ਹਾਲੀ ਨਾ ਕੱਢਿਆ ਜਾਵੇ, ਉਦੋਂ ਤੱਕ ਉਹ ਭੱਜ ਨੱਠ ਕਰਦਾ, ਚੰਚਲ ਹੁੰਦਾ, ਟਿਕਦਾ ਨਹੀਂ ਹੈ, ਛਾਲਾਂ ਮਾਰਦਾ। ਇਸੇ ਤਰ੍ਹਾਂ ਮਨ ਨੂੰ ਵੀ ਹਾਲੀ ਬਣਾਉਣਾ। ਮੁੱਢ ਵਿੱਚ ਇਹਨੇ ਵੀ ਬੜੀਆਂ ਛਾਲਾਂ ਮਾਰਨੀਆਂ, ਇਹਨੇ ਵੀ ਬੜੇ ਪਛੰਡੇ ਮਾਰਨੇ ਆ, ਪਰ ਜਿਵੇਂ ਜਿਵੇਂ ਸਾਧਨਾ ਵਿੱਚ ਲੱਗੇ ਰਹੀਏ ਤਿਵੇਂ ਤਿਵੇਂ ਫਿਰ ਇਹ ਜੁੜਨਾ ਸ਼ੁਰੂ ਹੋ ਜਾਂਦਾ, ਹਾਲੀ ਬਣਨਾ ਸ਼ੁਰੂ ਹੋ ਜਾਂਦਾ। ਇਹ ਮਨ ਹਾਲੀ ਹੈ। ਔਰ ਜਿਹੜੀ ਸ਼ੁਭ ਕਰਨੀ ਹੈ, ਚੰਗੇ ਕਰਮ, ਚੰਗੇ ਕੰਮ ਕਰਨੇ, ਭਲੇ ਕਰਮ, ਇਹ ਸਾਡੀ ਕਿਰਸਾਣੀ, ਕਿਰਸਾਨਪੁਣ ਹੈ। ਜਿਵੇਂ ਕਿਰਸਾਨ ਦਾ ਕਿਰਸਾਨਪੁਣਾ ਹੁੰਦਾ ਨਾ, ਕਹਿੰਦੇ ਸਾਡਾ ਕਿਰਸਾਨਪੁਣਾ ਸ਼ੁਭ ਕਰਨੀ ਕਰਨੀ, ਚੰਗੇ ਕਰਮ ਕਰਨੇ, ਕਰਨੀ ਕਰਨੀ, ਕਿਰਸਾਣੀ ਕਰਨੀ, ਚੰਗੀ ਕਰਨੀ। ਕਰਨੀ ਦਾ ਮਤਲਬ ਹੈ ਵੀ ਜੋ ਸਾਡੇ ਪ੍ਰੈਕਟੀਕਲ ਵਿੱਚ ਸਹੀ ਤਰੀਕੇ ਨਾਲ ਆਵੇ, ਜੋ ਅਸੀਂ ਸਰੀਰ ਕਰਕੇ, ਮਨ ਕਰਕੇ, ਬਚਨ ਕਰਕੇ ਕਰਦੇ ਹਾਂ, ਉਹ ਕਰਨੀ। ਉਹ ਕਰਨੀ ਉੱਤਮ ਹੋਣੀ ਚਾਹੀਦੀ ਹੈ, ਭਲੀ ਹੋਣੀ ਚਾਹੀਦੀ ਹੈ। ਐਸੀ ਬੁਰੀ ਕਰਨੀ ਨਹੀਂ ਹੋਣੀ ਚਾਹੀਦੀ ਕਿ ਵਾਹਿਗੁਰੂ ਦੀ ਦਰਗਾਹ ਵਿੱਚ ਹਾਰ ਨਾ ਪਵੇ। ਮੰਦਾ ਮੂਲ ਨਾ ਕੀਚਈ, ਕਰਨੀ ਸ਼ੁਭ ਹੋਣੀ ਚਾਹੀਦੀ ਹੈ, ਆਚਰਣ ਸ਼ੁਭ ਹੋਣਾ ਚਾਹੀਦਾ, ਸ਼ੁਭ ਵਿਵਹਾਰ, ਸ਼ੁਭ ਬੋਲੀ, ਇਹਨੂੰ ਸ਼ੁਭ ਕਰਨੀ ਕਹਿ ਸਕਦੇ। ਤੂੰ ਜੋ ਸ਼ੁਭ ਕਰਨੀ ਕਰਨੀ ਹੈ, ਇਹ ਮੇਰਾ ਕਿਰਸਾਨਪੁਣ ਹੈ। ਸ਼ਰਮ ਪਾਣੀ, ਸ਼ਰਮ, ਇਹਦੇ ਅਰਥ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਕੀਤੇ ਆ, ਦੋ ਤਰ੍ਹਾਂ। ਇੱਕ ਸ਼ਰਮ ਦਾ ਅਰਥ ਹੁੰਦਾ ਮਿਹਨਤ ਕਰਨੀ, ਘਾਲਣਾ ਘਾਲਣੀ, ਇਹ ਪਾਣੀ ਲਾਉਣਾ। ਇੱਕ ਸ਼ਰਮ ਦਾ ਅਰਥ ਹੈ ਸ਼ਰਮ, ਲੱਜਾ, ਲਾਜ। ਭੈੜੇ ਤੇ ਮਾੜੇ ਕਰਮਾਂ ਤੋਂ ਲਾਜ ਰੱਖਣੀ, ਲਾਜ ਕਰਨੀ। ਹੇ ਵਾਹਿਗੁਰੂ, ਆ ਜਿਹੜੇ ਭੱਦੇ ਮਾੜੇ ਕਰਮ ਨੇ ਨਾ ਮੇਰੇ ਕੋਲੋਂ ਹੋਣ, ਇਹਨਾਂ ਨੂੰ ਕਰਨ ਵੇਲੇ ਸ਼ਰਮ ਆਵੇ, ਲਾਜ ਆਵੇ, ਉਹਨੂੰ ਸ਼ਰਮ ਕਹਿੰਦੇ। ਪੰਜ ਖੰਡਾਂ ਵਿੱਚੋਂ ਇੱਕ ਖੰਡ ਵੀ ਸ਼ਰਮ ਖੰਡ ਹੈ। ਜਪਜੀ ਦੇ 5 ਖੰਡ ਨੇ, ਔਰ 5 ਖੰਡਾਂ ਵਿੱਚ ਗੁਰਦੇਵ ਨੇ ਇੱਕ ਖੰਡ ਸ਼ਰਮ ਖੰਡ ਵੀ ਕਿਹਾ। ਲਾਜ ਕਰਨੀ, ਸ਼ਰਮ ਕਰਨੀ ਭੈੜੇ ਤੇ ਮਾੜੇ ਕਰਮਾਂ ਤੋਂ। ਝੂਠ ਬੋਲਣ ਲੱਗੇ ਸ਼ਰਮ ਆ ਜਾਏ, ਨਿੰਦਾ ਕਰਨ ਵੇਲੇ ਸ਼ਰਮ ਆ ਜਾਏ, ਤੇ ਜਦੋਂ ਸ਼ਰਮ ਆਉਂਦੀ ਹੈ ਫਿਰ ਉਸ ਮਾੜੇ ਕਰਮ ਤੋਂ ਬਚ ਜਾਂਦਾ। ਜਦੋਂ ਸ਼ਰਮ ਨੂੰ ਲਾ ਕੇ ਛਿੱਕੇ ਤੇ ਟੰਗ ਦੇਵੇ, ਫਿਰ ਬੇਸ਼ਰਮੀ ਨਾਲ ਭੈੜੇ ਕੰਮ ਕਰਦਾ, ਔਰ ਕਰਕੇ ਫਿਰ ਗਰੂਰ ਵੀ ਕਰਦਾ, ਹੰਕਾਰ ਵੀ ਕਰਦਾ। ਕਲੀ ਕਾਲ ਦੇ ਇਸ ਘੋਰ ਸਮੇਂ ਵਿੱਚ ਸ਼ਰਮ, ਹਯਾ ਉਹ ਵੇਖਣ ਵਿੱਚ ਘੱਟ ਹੈ।
ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਲਾਜ ਸ਼ਰਮ, ਉਹ ਕਹਿੰਦੇ ਜੀ ਸਾਨੂੰ ਨਹੀਂ ਕੋਈ ਸ਼ਰਮ, ਚੰਗਾ ਕੰਮ ਕਰਦਿਆਂ ਹੋਣੀ ਵੀ ਨਹੀਂ ਚਾਹੀਦੀ, ਪਰ ਘੱਟੋ ਘੱਟ ਜਦੋਂ ਕੋਈ ਮਾੜਾ ਕੰਮ ਕਰਨ ਲੱਗੇ ਉਦੋਂ ਤਾਂ ਸ਼ਰਮ ਆ ਜਾਏ। ਜੇ ਕਿਸੇ ਦੁਨੀਆ ਦੇ ਬੰਦੇ ਦੀ ਨਹੀਂ ਮੰਨਦਾ, ਰੱਬ ਦੀ ਤਾਂ ਮੰਨ ਲੈ ਸ਼ਰਮ। ਪਰਮੇਸ਼ਰ ਦੀ ਸ਼ਰਮ ਤਾਂ ਮੰਨ, ਆਪਣੇ ਗੁਰੂ ਦੀ ਸ਼ਰਮ ਤਾਂ ਮੰਨ ਵੀ ਤੇਰੇ ਗੁਰੂ ਪਾਤਸ਼ਾਹ ਕੀ ਆਖਣਗੇ। ਘੱਟੋ ਘੱਟ ਗੁਰੂ ਦੀ ਸ਼ਰਮ ਤਾਂ ਰੱਖੀਏ, ਸਤਿਗੁਰਾਂ ਦੀ ਸ਼ਰਮ ਤਾਂ ਰੱਖੀਏ। ਪਰ ਕਲੀ ਕਾਲ ਦਾ ਮਨੁੱਖ ਸ਼ਰਮ ਤੋਂ ਵਿਹੂਣਾ ਹੋ ਗਿਆ, ਬੇਸ਼ਰਮ ਹੋ ਚੁੱਕਾ ਹੈ। ਮੈਂ ਅਕਸਰ ਕਈ ਵਾਰ ਬੇਨਤੀ ਕਰਦਾ ਹੁੰਨਾ ਕਿ ਅੱਜ ਦੇ ਇਸ ਮਨੁੱਖ ਦੀ ਦਸ਼ਾ ਇਹ ਹੈ ਵੀ ਭੈੜਾ ਤੇ ਮਾੜਾ ਕੰਮ ਕਰਕੇ ਵੀ ਉਹਦੇ ਤੇ ਗਰੂਰ ਕਰਦਾ, ਮਾਣ ਕਰਦਾ। ਰਿਸ਼ਵਤ ਲੈਣ ਵਾਲਾ ਮਨੁੱਖ ਸ਼ਰਮ ਨਹੀਂ ਕਰਦਾ, ਸਗੋਂ ਮਾਣ ਕਰਦਾ। ਚੋਰੀ ਕਰਨ ਵਾਲਾ ਮਨੁੱਖ ਨਹੀਂ ਫੜਿਆ ਜਾਂਦਾ ਤੇ ਉਹ ਸ਼ਰਮ ਨਹੀਂ ਕਰਦਾ, ਮਾਣ ਕਰਦਾ। ਵੇਖਿਆ ਮੈਂ ਕੀਤੀ ਚੋਰੀ, ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ। ਇਹ ਕਲੀ ਕਾਲ ਦਾ ਵਰਤਾਰਾ ਹੈ। ਪਰ ਗੁਰਸਿੱਖ ਦੇ ਅੰਦਰ ਦੀ ਇਹ ਬਿਰਤੀ ਹੈ, ਉਹ ਸ਼ਰਮ ਕਰਦਾ ਭੈੜੇ ਮਾੜੇ ਕਰਮਾਂ ਤੋਂ। ਸ਼ਰਮ ਪਾਣੀ, ਇਹ ਮਾਨੋ ਇਸ ਖੇਤ ਨੂੰ ਪਾਣੀ ਲਾ ਰਹੇ। ਤਨ ਖੇਤ, ਤੇ ਆ ਜਿਹੜਾ ਤਨ ਸਰੀਰ ਹੈ ਇਹ ਖੇਤ ਹੈ, ਇਹ ਜ਼ਮੀਨ ਹੈ। ਇਹਦੇ ਵਿੱਚ ਮਨ ਨੂੰ ਹਾਲੀ ਬਣਾ ਕੇ ਚਲਾਉਣਾ, ਯਾਨੀ ਕਿ ਇਸ ਤਨ ਦੇ ਅੰਦਰ ਹੀ ਰੱਖਣਾ ਮਨ ਨੂੰ। ਇਹ ਨਹੀਂ ਵੀ ਤਨ ਚੋਂ ਮਨ ਬਾਹਰ ਭੱਜਦਾ ਫਿਰੇ, ਬਾਹਰ ਭਟਕਦਾ ਫਿਰੇ। ਤਨ ਦੇ ਅੰਦਰ ਹੀ ਇਹਨੂੰ ਇਕਾਗਰ ਕਰਨਾ, ਹਾਲੀ ਬਣਾਉਣਾ, ਵਾਹੁਣੀ ਹੈ, ਇਸ ਜ਼ਮੀਨ ਨੂੰ ਵਾਹੁਣਾ। ਸ਼ਰਮ ਦਾ ਪਾਣੀ ਲਾਉਣਾ। ਹਾਂਜੀ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਫਿਰ ਇਹਦੇ ਵਿੱਚ ਨਾਮ ਦਾ ਬੀਜ ਬੀਜਣਾ। ਨਾਮ ਬੀਜ ਜਦੋਂ ਵੱਤ ਲੱਗ ਜਾਏ ਫਿਰ ਨਾਮ ਦਾ ਬੀਜ। ਜਦੋਂ ਅੰਤਸ਼ਕਰਨ ਸ਼ੁੱਧ ਹੋ ਗਿਆ, ਖੇਤ ਬਣ ਕੇ ਤਿਆਰ ਹੋ ਗਿਆ, ਫਿਰ ਇਹਦੇ ਵਿੱਚ ਪਾਤਸ਼ਾਹ ਕਹਿੰਦੇ ਨਾਮ ਦਾ ਬੀਜ ਬੀਜੋ। ਫਿਰ ਨਾਮ ਦਾ ਬੀਜ ਬੀਜ ਕੇ ਸੰਤੋਖ ਦਾ ਸੁਹਾਗਾ ਫੇਰਨਾ। ਨਾਮ ਬੀਜ ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਫੇਰ ਦੇਣਾ ਵੀ ਨਾਮ ਜਪ ਕੇ ਕਾਮਨਾ ਨਹੀਂ ਰੱਖਣੀ, ਕੋਈ ਕਾਂਖਾ ਨਹੀਂ ਰੱਖਣੀ। ਫਿਰ ਇਸ ਖੇਤ ਦੇ ਵਿੱਚ ਜਿਹੜੀ ਫਸਲ ਬੀਜੀ ਹੈ, ਨਾਮ ਦਾ ਬੀਜ ਬੀਜਿਆ, ਇਹਦੀ ਰਖਵਾਲੀ ਵਾਸਤੇ ਗਰੀਬੀ ਦਾ ਵੇਸ, ਹਲੀਮੀ ਦਾ, ਨਿਮਰਤਾ ਦਾ ਵੇਸ ਧਾਰਨ ਕਰਨਾ। ਰੱਖ ਦਾ ਮਤਲਬ ਹੁੰਦਾ ਹੈ ਰੱਖ ਰਖਾਓ, ਵਾੜ ਲਾਉਣੀ ਖੇਤ ਦੇ ਚਾਰੇ ਪਾਸੇ ਵੀ ਪਸ਼ੂ ਨਾ ਖਾਣ, ਜਾਨਵਰ ਉਜਾੜਾ ਨਾ ਕਰਨ। ਜਿਹੜਾ ਗਰੀਬੀ ਦਾ ਵੇਸ ਹੈ ਨਾ, ਨਿਮਰਤਾ, ਨਿਰਮਾਣਤਾ, ਬੜਾ ਵੱਡਾ ਗੁਣ ਹੈ ਇਹ ਨਿਮਰਤਾ, ਹਲੀਮੀ। ਭਾਵੇਂ ਕਿ ਮੈਂ ਕਹਿ ਰਿਹਾ ਨਿਮਰਤਾ ਦੇ ਸੰਬੰਧ ਵਿੱਚ, ਪਰ ਹਿਰਦੇ ਮੇਰੇ ਵਿੱਚ ਵੀ ਨਿਮਰਤਾ, ਨਿਰਮਾਣਤਾ ਨਹੀਂ ਹੈ। ਹੈਂਕੜ, ਹੰਕਾਰ ਸਾਡੇ ਸਾਰਿਆਂ ਅੰਦਰ ਹੀ ਭਰਿਆ ਹੋਇਆ। ਕੋਈ ਵਿਰਲਾ ਹੋਵੇ ਜਿਹੜਾ ਕਹੇ ਮੇਰੀ ਛੁਪੀ ਰਹੇ ਗੁਲਜ਼ਾਰ ਮੈਂ ਨੀਵਾਂ ਉੱਗਿਆ। ਕੋਈ ਵਿਰਲਾ ਹੋਵੇ। ਸਾਗਰ ਆਖਦਾ ਨਦੀਏ ਸਾਰੇ ਬੂਟੇ ਬੂਟੀਆਂ ਲਿਆਵੇਂ, ਪਰ ਤੂੰ ਕਦੇ ਬੈਂਤ ਦਾ ਬੂਟਾ ਨਹੀਂ ਇੱਥੇ ਆਣ ਪਹੁੰਚਾਵੇਂ। ਨਦੀ ਆਖਦੀ ਸੁਣ ਵੇ ਸਾਗਰ, ਆਕੜ ਵਾਲੇ ਸਭ ਬੂਟੇ ਪੁੱਟ ਸਕਾਂ, ਪਰ ਜੋ ਝੁਕੇ ਵਗੈਰੋਂ ਰੁੱਖ ਨੂੰ ਪੇਸ਼ ਨਾ ਉਸ ਤੇ ਜਾਵੇ। ਡਾਕਟਰ ਭਾਈ ਵੀਰ ਸਿੰਘ ਜੀ, ਪਦਮ ਵਿਭੂਸ਼ਣ। ਸਮੁੰਦਰ ਕਹਿੰਦਾ ਨਦੀਏ ਬੜੇ ਬੂਟੀਆਂ ਬੂਟੇ ਰੋੜ ਕੇ ਲਿਆਉਣੀ ਹੈ,
बड़े दरख्त रोड़ के लियानी है, बड़े बूटे रोड़ के लियानी है, पर बैंत दा बूटा नहीं कदे तू मैनू ओदे दर्शन नहीं कराए, कदे वो नहीं रोड़ के लियाई। नदी अगों बोली कि ऐ सागर सुन, जिन्हां तणियां विच आकड़ हुंदी है, झुकदे नहीं हन, लिफदे नहीं हन, उन्हां नूं मैं जड़ों पुट के ले आउनी, उन्हां ते मेरा जोर चल जांदा, क्योंकि आकड़ वालियां नूं पुट्टिया जा सकदा, तोड़िया जा सकदा। पर जिहड़ा ये बैंत दा बूटा है, इहदे च आकड़ नहीं हुंदी, लिफ जांदा है, ਇਹਦੇ ਤੇ मैं जोर पावां भी तोड़न नूं ते फिर लिफ जांदा, होर लिफ जांदा। इस करके इहनूं पुट सकना मेरे लिए औखा है। निर्माणता ते गरीबी दे वेश दे संदर्भ दे विच एक कविता भाई वीर सिंह जी उचार रहे। निमरता ते निर्माणता ये गरीबी दा वेश है, रख गरीबी वेश। ये कह सकते हैं भी इस खेत की रखिया करने वास्ते, रखवाली करने वास्ते वाड़ है। महाराज मैनू नहीं पता कुछ, मैं नहीं कुछ जानदा। निरंकार विच भेद होए गुरमुखां दी यही अवस्था हुंदी। जी सानू तां पता ही नहीं जी कुछ, असीं तां अणजाण हां जी। बाहरों भोले अंदरों सियाणे, ये गुरमुखां दी अवस्था। तो गरीबी दा वेश रखना, निर्माणता ते निमरता रखनी, यही इस बीज नूं जां इस फसल नूं रखण वास्ते वाड़ है। पाओ कर्म कर जम से घर भागठ देख। फिर प्रेम करके भावना सहित कर्म करने, जिहड़े गुरु पातशाह ने कहे ने करने। प्रेम नाल कोई भी काम करना जो गुरु पातशाह दे दस्से मुताबिक कर रहे हैं, प्रेम नाल कर, भावना नाल। नमस्कार भी करते हैं भावना नाल, कोई परिक्रमा भी करते हैं भावना नाल, गुरबाणी पढ़ते हैं भावना नाल, जोड़े चाढ़ते हाँ तो भावना होनी चाहिए है, प्रेम भाव होना चाहिए है। किसी भी तरह का गुरु पातशाह वालों दसिया होया कर्म करते हैं, उन्होंने भाव सहित करो, प्रेम सहित करो। जदों प्रेम दे सहित कर्म करोगे, कहते फिर ये बीज जमदा है, फलीभूत हुंदा है, ते फिर ये फसल जिन्हां दे घरां विच आउंदी है ना, ये जदों फसल तैयार होके घर आउणी है, कहते जिन्हां दे घर आउंदी है वो घर शाहूकारां दे घर ने। से कर भागठ देख, भागठ कहते ने शाहूकार नूं। वो घर दुनिया विच सब तो वड्डे शाहूकार दा घर है, जिस दे घर विच इहो जी फसल है, जिहड़ी फसल दा जिक्र गुरु बाबा जी ने उपरोक्त पंक्तियां विच कीता है। बाबा माया साथ न होए। ए बाबा, आ जिहड़ी दुनियावी माया है, ਇਹਦਾ साथ सदा नहीं होना, ये सदैवी नाल नहीं निभनी। बाबा बाबा पिता नूं कह के संबोधन कर रहे ने गुरु नानक साहिब। पंजाब दी धरती ते पिता नूं भी बाबा कहा जांदा है, दादे नूं भी बाबा कह दिंदे है। बहुत सावां ते पिता नूं भी बाबा कह दिता जांदा है, दादे नूं भी बाबा जी कह दिता जांदा है। तो बाबा पिता जी नूं संबोधन करके कहंदे, ये माया दा साथ सदैवी नहीं है पिता जी, ये हमेशा नाल नहीं निभदे। इन माया जग मोहिया विरला बूझै कोई। आ जिहड़ी माया है, इसने सारे जग नूं मोया होया, सारे संसार नूं मोया होया, पर इस गल नूं कोई विरला बुझदा है, कोई विरला जानदा है। जदों विरले की बात आउंदी है, उदों साडी निगाह अपने आप ते आ टिकदी है भी शायद वो विरला मैं हाँ। हंकार दा क्या पता है।
ਪ੍ਰੋਫੈਸਰ ਵੱਡੀ ਯੂਨੀਵਰਸਿਟੀ ਵਿੱਚ ਪੜ੍ਹਾ ਰਿਹਾ ਹੈ। ਹਿਸਟਰੀ ਦਾ ਸਬਜੈਕਟ ਹੈ, ਬੱਚੇ ਬੈਠੇ ਪੜ੍ਹ ਰਹੇ ਨੇ ਬੜੇ ਸ਼ੌਂਕ ਨਾਲ। ਪੁੱਛਦਾ ਪੂਰੇ ਵਿਸ਼ਵ ਭਰ ਵਿੱਚ, ਪੂਰੇ ਸੰਸਾਰ ਵਿੱਚ ਸਭ ਤੋਂ ਉੱਤਮ ਤੇ ਸ੍ਰੇਸ਼ਟ ਦੇਸ਼ ਕਿਹੜਾ ਹੈ? ਤਾਂ ਉਹ ਬੱਚੇ ਪੜ੍ਹਦੇ ਕਹਿਣ ਲੱਗੇ ਜਿਹੜੇ ਦੇਸ਼ ਵਿੱਚ ਅਸੀਂ ਰਹਿੰਦੇ ਹਾਂ ਇਹ ਦੇਸ਼ ਸ੍ਰੇਸ਼ਟ ਹੈ ਸਾਡਾ। ਕਹਿੰਦਾ ਹੁਣ ਇਸ ਦੇਸ਼ ਵਿੱਚ ਸ੍ਰੇਸ਼ਟ ਕੀ ਹੈ? ਕਹਿੰਦੇ ਇਸ ਦੇਸ਼ ਦੀ ਰਾਜਧਾਨੀ ਜਿੱਥੇ ਅਸੀਂ ਰਹਿ ਰਹੇ ਹਾਂ ਉਹ ਸ੍ਰੇਸ਼ਟ ਹੈ। ਇਸ ਰਾਜਧਾਨੀ ਵਿੱਚ ਸ੍ਰੇਸ਼ਟ ਕੌਣ ਹੈ, ਕੀ ਹੈ? ਕਹਿੰਦੇ ਸਾਡੀ ਇਹ ਯੂਨੀਵਰਸਿਟੀ ਜਿੱਥੇ ਅਸੀਂ ਪੜ੍ਹ ਰਹੇ ਹਾਂ। ਇਸ ਯੂਨੀਵਰਸਿਟੀ ਵਿੱਚ ਸਭ ਤੋਂ ਸ੍ਰੇਸ਼ਟ ਸਬਜੈਕਟ ਕਿਹੜਾ? ਹੁਣ ਬੱਚੇ ਸਾਰੇ ਹਿਸਟਰੀ ਪੜ੍ਹਨ ਦੇ ਸ਼ੌਕੀਨ ਸਨ। ਕਹਿੰਦੇ ਇਤਿਹਾਸ, ਹਿਸਟਰੀ। ਕਹਿਣ ਲੱਗਾ ਫਿਰ ਇਸ ਹਿਸਟਰੀ ਨੂੰ ਪੜ੍ਹਾਉਣ ਵਾਲਾ ਕੌਣ ਹੈ? ਕਹਿੰਦੇ ਪ੍ਰੋਫੈਸਰ ਸਾਹਿਬ ਤੁਸੀਂ। ਕਹਿੰਦਾ ਫਿਰ ਮੈਂ ਹੋਇਆ ਨਾ ਪੂਰੇ ਵਿਸ਼ਵ ਚੋਂ ਸਭ ਤੋਂ ਸ੍ਰੇਸ਼ਟ, ਸਰਵੋਤਮ। ਫਿਰ ਮੇਰੇ ਤੋਂ ਸਰਵੋਤਮ ਕੌਣ ਹੈ? ਬੰਦੇ ਨੇ ਗਰੂਰ ਕਰਨਾ ਹੋਵੇ, ਹੰਕਾਰ ਕਰਨਾ ਹੋਵੇ ਤਾਂ ਉਹ ਸ਼ੈ ਦਾ ਵੀ ਕਰ ਬੈਠਦਾ ਜੋ ਇਹਦੇ ਕੋਲ ਹੈ ਵੀ ਨਹੀਂ, ਜੋ ਇਹਦਾ ਹੈ ਵੀ ਨਹੀਂ। ਹੰਕਾਰ ਮਨੁੱਖ ਦੇ ਹਿਰਦੇ 'ਚ ਕਿਸੇ ਵੀ ਸਮੇਂ ਕਦੇ ਵੀ ਉਤਪੰਨ ਹੋ ਸਕਦਾ ਹੈ। ਇਸ ਕਰਕੇ ਪਾਤਸ਼ਾਹ ਇੱਥੇ ਕਹਿ ਰਹੇ ਨੇ ਕਿ ਬਾਬਾ ਜਿਹੜੀ ਸੰਸਾਰੀ ਮਾਇਆ ਹੈ ਇਹਦਾ ਸਾਥ ਨਾਲ ਨਹੀਂ ਨਿਭਦਾ, ਇਹ ਸदैवी ਨਾਲ ਨਹੀਂ ਨਿਭਦੀ। ਹਾਂਜੀ, ਰਹਾਉ ਹਾਣ ਹਟ ਕਰ ਆਰਜਾ ਸਚ ਨਾਮ ਕਰ ਵਥ। ਇਹ ਮਾਇਆ ਐਸੀ ਹੈ ਵੀ ਸਾਰੇ ਜਗਤ ਨੂੰ ਇਹਨੇ ਭਰਮਾਇਆ ਹੋਇਆ, ਬੋਇਆ ਹੋਇਆ। ਔਰ ਕੋਈ ਵਿਰਲਾ ਪੁਰਸ਼ ਹੈ ਜਿਹੜਾ ਇਸ ਗੱਲ ਨੂੰ ਬੁੱਝਦਾ ਹੈ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਛੀਤ, ਕੋਟ ਮੱਧੇ ਕੋ ਵਿਰਲਾ ਸੇਵਕ। ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਵਿਰਲਾ ਹੈ ਜਿਹੜਾ ਇਸ ਗੱਲ ਨੂੰ ਬੁੱਝ ਲਵੇ, ਜਾਣ ਲਵੇ। ਆਖਿਆ ਪੁੱਤ ਜੇ ਖੇਤੀ ਨਹੀਂ ਕਰਨੀ ਤੇ ਦੁਕਾਨ ਕਰ ਲਓ। ਦੁਕਾਨ ਕਰਨ ਦਾ ਤੁਹਾਨੂੰ ਵੱਲ ਵੀ ਹੈ ਵੀ ਮੋਦੀ ਖਾਨੇ 'ਚ ਤੁਸੀਂ ਕੰਮ ਕੀਤਾ ਸੁਲਤਾਨਪੁਰ ਸਾਹਿਬ। ਤੇ ਪਾਤਸ਼ਾਹ ਨੇ ਫਿਰ ਅਗਲਾ ਬੰਦ ਉਚਾਰਿਆ ਸ਼ਬਦ ਦਾ ਦੂਸਰਾ ਪਦਾ। ਕਹਿੰਦੇ ਹਾਣ ਹਟ ਕਰ ਆਰਜਾ। ਆ ਜਿਹੜੀ ਉਮਰ ਘਟ ਰਹੀ ਹੈ, ਹਾਣ ਦਾ ਮਤਲਬ ਹਾਨੀ ਘਟ ਰਹੀ ਹੈ, ਆਰਜਾ ਕਹਿੰਦੇ ਨੇ ਉਮਰ ਨੂੰ। ਆ ਜਿਹੜੀ ਉਮਰ ਦਿਨ ਪ੍ਰਤੀ ਦਿਨ ਘਟ ਰਹੀ ਹੈ ਨਾ, ਇਹ ਅਸੀਂ ਜਾਣ ਲਿਆ ਵੀ ਘਟ ਰਹੀ ਹੈ। ਘਟਦੀ ਹੋਈ ਇਸ ਉਮਰ ਨੂੰ ਵੇਖ ਕੇ ਅਸੀਂ ਜਾਣ ਲਿਆ ਵੀ ਇਹ ਸਾਡੀ ਦੁਕਾਨ ਹੈ, ਇਹੀ ਸਾਡੀ ਦੁਕਾਨ। ਜਦੋਂ ਇਹ ਗੱਲ ਬੁੱਝ ਲਓ ਕਿ ਛਿਨ ਛਿਨ ਔਦ ਬਿਹਾਤ ਹੈ, ਜਦੋਂ ਇਸ ਗੱਲ ਨੂੰ ਸਾਡੇ ਜ਼ਿਹਨ ਵਿੱਚ ਇਹ ਵਸ ਜਾਵੇ, ਸਿਮਰਤੀ ਵਿੱਚ ਵਸ ਜਾਵੇ ਵੀ ਬਈ ਸੱਜਣਾ ਛਿਨ ਛਿਨ ਕਰਕੇ ਉਮਰ ਘਟ ਰਹੀ ਹੈ, ਸਵਾਰ ਲੈ ਕੁਝ। ਜਦੋਂ ਇਹ ਜਾਣ ਲਿਆ ਤਾਂ ਸਮਝ ਲਓ ਇਹ ਸਾਡੀ ਦੁਕਾਨ ਹੈ। ਔਰ ਇਸ ਦੁਕਾਨ ਵਿੱਚ ਅਸੀਂ ਪਰਮੇਸ਼ਰ ਦੇ ਸੱਚੇ ਨਾਮ ਦਾ ਜਿਹੜਾ ਸੌਦਾ ਉਹ ਰੱਖਿਆ। ਸੱਚ ਨਾਮ ਕਰ ਵਥ, ਵਥ ਕਹਿੰਦੇ ਨੇ ਸੌਦੇ ਨੂੰ। ਦੁਕਾਨ ਤਾਂ ਤਦੇ ਹੋਵੇਗੀ ਜੇ ਉਹਦੇ 'ਚ ਸੌਦਾ ਹੋਵੇ। ਜੇ ਸੌਦਾ ਨਹੀਂ ਫਿਰ ਕਾਹਦੀ ਦੁਕਾਨ? ਫਿਰ ਤਾਂ ਖਾਲੀ ਕਮਰਾ ਹੀ ਹੈ। ਇਹ ਜਿਹੜੀ ਦੁਕਾਨ ਹੈ ਇਹਦੇ ਵਿੱਚ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦਾ ਅੰਮ੍ਰਿਤ ਨਾਮ ਸੱਚਾ ਸੌਦਾ ਹੈ। ਹਾਂਜੀ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਥੋੜੇ ਨਾਮ ਦਾ ਸੌਦਾ ਕਿਸੇ ਭਾਂਡੇ 'ਚ ਰੱਖਿਆ ਜਾਂਦਾ ਹੈ ਤੇ ਭਾਂਡਾ ਹੈ ਸੁਰਤ। ਸੁਰਤੀ ਨੂੰ ਸੁੱਚਿਆ ਕਰਨਾ, ਸੁਰਤੀ ਨੂੰ ਪਵਿੱਤਰ ਤੇ ਸ਼ੁੱਧ ਕਰਨਾ,
ਸੁਰਤ ਜਦੋਂ ਸ਼ੁੱਧ ਤੇ ਪਵਿੱਤਰ ਹੋ ਜਾਏ ਤੇ ਭਾਂਡਸਾਲ ਭਾਂਡਾ ਬਣ ਗਿਆ। ਫਿਰ ਇਹਦੇ ਵਿੱਚ ਨਾਮ ਦਾ ਸੌਦਾ ਟਿਕਦਾ ਜਦੋਂ ਸੁਰਤ ਪਵਿੱਤਰ ਹੁੰਦੀ। ਜਿੱਥੇ ਸੁਰਤ ਇਕਾਗਰ ਹੁੰਦੀ ਉੱਥੇ ਨਾਮ ਵਸਦਾ। ਸੁਰਤ ਤੇ ਸ਼ਬਦ ਦਾ ਸੁਮੇਲ ਹੁੰਦਾ। ਜੇ ਸੁਰਤ ਨਹੀਂ ਇਕਾਗਰ ਤੇ ਫਿਰ ਸ਼ਬਦ ਵੀ ਉੱਥੇ ਨਹੀਂ ਟਿਕਦਾ। ਬੱਚੇ ਸਕੂਲ ਜਾਣ, ਉਹਨਾਂ ਦੀ ਸੁਰਤ ਉੱਥੇ ਨਾ ਹੋਵੇ, ਧਿਆਨ ਉੱਥੇ ਨਾ ਹੋਵੇ, ਕੀ ਪੜ੍ਹਾਇਆ ਗਿਆ, ਕੀ ਸਿਖਾਇਆ ਗਿਆ, ਟੀਚਰ ਨੇ ਕੀ ਬੋਲਿਆ, ਧਿਆਨ ਉੱਥੇ ਨਹੀਂ, ਸੁਰਤ ਉੱਥੇ ਨਹੀਂ, ਤਾਂ ਭਾਵੇਂ ਸਾਰਾ ਦਿਨ ਸਕੂਲ ਦੇ ਵਿੱਚ ਗਏ, ਮਿਹਨਤ ਕੀਤੀ, ਪਰ ਪੱਲੇ ਕੁਝ ਨਹੀਂ ਪਿਆ। ਕਿਉਂਕਿ ਉੱਥੇ ਜੋ ਮਿਲ ਰਿਹਾ ਸੀ ਉਸ ਨੂੰ ਸੁਰਤ ਕਰਕੇ ਗ੍ਰਹਿਣ ਕੀਤਾ ਜਾ ਸਕਦਾ ਸੀ, ਸਰੀਰ ਕਰਕੇ ਨਹੀਂ। ਸਤ ਸੰਗਤ ਵਿੱਚ ਬੈਠਿਆਂ, ਕਥਾ ਸੁਣਦਿਆਂ, ਕੀਰਤਨ ਸੁਣਦਿਆਂ ਜੇ ਸੁਰਤ ਇਕਾਗਰ ਨਹੀਂ ਹੈ ਤੇ ਫਿਰ ਉਹ ਸ਼ਬਦ ਸੁਰਤ ਵਿੱਚ ਨਹੀਂ ਵਸ ਸਕਦਾ। ਸੁਰਤ ਇਕਾਗਰ ਹੋਵੇ, ਸੁਰਤ ਟਿਕਾ ਵਿੱਚ ਆ ਜਾਏ, ਫਿਰ ਉਹਦੇ 'ਚ ਸ਼ਬਦ ਵਸਦਾ। ਪਰ ਸੁਰਤ ਟਿਕਾ ਵਿੱਚ ਕਦੋਂ ਆਉਂਦੀ ਹੈ? ਜਦੋਂ ਸੁਰਤ ਪਵਿੱਤਰ ਹੋ ਜਾਏ। ਸੁਰਤ ਸੋਚ, ਸੋਚ ਦਾ ਮਤਲਬ ਸ਼ੁੱਧ ਕਰ ਦਿੱਤਾ ਜਾਏ, ਸੁਰਤ ਨੂੰ ਪਵਿੱਤਰ ਕੀਤਾ ਜਾਏ। ਜਦੋਂ ਸੁਰਤੀ ਵਿੱਚ ਮਾੜੇ ਤੇ ਭੈੜੇ ਖਿਆਲਾਤ ਖਤਮ ਹੋ ਜਾਣ, ਜਦੋਂ ਸੁਰਤ ਸ਼ੁੱਧ ਹੋ ਜਾਵੇ, ਫਿਰ ਉਹਦੇ 'ਚ ਸਤਿਗੁਰਾਂ ਦਾ ਸ਼ਬਦ ਵਸਦਾ। ਸਾਹਿਬ ਦਾ ਅੰਮ੍ਰਿਤ ਨਾਮ ਦਾ ਜਿਹੜਾ ਸੌਦਾ ਫਿਰ ਉਸ ਸੁਰਤੀ ਵਿੱਚ ਟਿਕਾ ਰੱਖਦਾ। ਕਹਿੰਦੇ ਸੁਰਤੀ ਨੂੰ ਇੱਕ ਭਾਂਡਸਾਲ ਭਾਂਡਿਆਂ ਦਾ ਘਰ ਬਣਾ, ਔਰ ਫਿਰ ਉਸ ਅੰਮ੍ਰਿਤ ਨਾਮ ਦੇ ਸੌਦੇ ਨੂੰ ਇਸ ਭਾਂਡੇ ਵਿੱਚ ਰੱਖ। ਵਣਜਾਰਿਆ ਸੋ ਵਣਜ ਕਰ, ਲੈ ਲਾਹਾ ਮਨ ਹਸ। ਜਦੋਂ ਇਹ ਨਾਮ ਨੂੰ ਤੁਸੀਂ ਆਪਣੀ ਸੁਰਤ ਰੂਪੀ ਭਾਂਡੇ 'ਚ ਰੱਖੋਗੇ, ਤੁਹਾਡੀ ਆਪਣੀ ਸੁਰਤੀ ਇਸ ਨਾਮ ਨਾਲ ਲਬਰੇਜ਼ ਹੋਵੇਗੀ, ਲਬਾਲਬ ਭਰੀ ਹੋਵੇਗੀ, ਤੇ ਫਿਰ ਦੂਸਰਾ ਕੋਈ ਵਣਜਾਰਾ ਆਵੇਗਾ, ਕੋਈ ਦੁਕਾਨ ਤੇ ਖਰੀਦ ਕਰਨ ਵਾਲਾ ਜਗਿਆਸੂ ਆਵੇਗਾ, ਫਿਰ ਉਹਦੇ ਨਾਲ ਤਦੇ ਵਪਾਰ ਕਰੋਗੇ ਜੇ ਭਾਂਡੇ ਦੁਕਾਨ 'ਚ ਖਾਲੀ ਪਏ ਨੇ, ਤੇ ਫਿਰ ਥੋੜੀ ਗੱਲ ਬਣਨੀ। ਜੇ ਉਹ ਭਾਂਡਾ ਭਰਿਆ ਹੋਵੇਗਾ, ਸੁਰਤੀ ਦਾ ਭਾਂਡਾ ਨਾਮ ਨਾਲ ਲਬਰੇਜ਼ ਹੋਵੇਗਾ, ਤੇ ਫਿਰ ਵਣਜਾਰਿਆਂ ਨਾਲ, ਵਣਜਾਰੇ ਇੱਥੇ ਕਿਹਾ ਜਗਿਆਸੂਆਂ ਨਾਲ, ਫਿਰ ਤੁਸੀਂ ਆਦਾਨ ਪ੍ਰਦਾਨ ਕਰੋ, ਜਪੋ ਤੇ ਜਪਾਓ। ਤੇ ਜਦੋਂ ਵਣਜਾਰਿਆਂ ਨਾਲ ਵਣਜ ਕਰੋਗੇ, ਵਪਾਰ ਕਰੋਗੇ, ਜਪੋਗੇ, ਜਪਾਓਗੇ, ਫਿਰ ਤੁਹਾਨੂੰ ਲਾਹੇ ਦੀ ਪ੍ਰਾਪਤੀ ਹੋਵੇਗੀ, ਮੁਨਾਫਾ ਪ੍ਰਾਪਤ ਹੋਵੇਗਾ। ਐਸਾ ਲਾਹਾ ਕਿ ਜਿਸ ਲਾਹੇ ਨੂੰ ਪ੍ਰਾਪਤ ਕਰਕੇ ਤੁਹਾਡਾ ਮਨ ਖਿੜ ਜਾਏਗਾ। ਲਾਭ ਮਿਲੇ ਕਿਸੇ ਨੂੰ, ਦੁਕਾਨ ਵਿੱਚ ਕਿਸੇ ਨੂੰ ਚੰਗਾ ਮੁਨਾਫਾ ਹੋ ਜਾਏ, ਉਹ ਖੁਸ਼ ਹੁੰਦਾ ਨਾ। ਕਹਿੰਦੇ ਜਦੋਂ ਤੁਹਾਨੂੰ ਲਾਹਾ ਪ੍ਰਾਪਤ ਹੋਵੇਗਾ, ਫਿਰ ਤੁਹਾਡਾ ਮਨ ਹੱਸੇਗਾ, ਯਾਨੀ ਕਿ ਖੇੜੇ ਵਿੱਚ ਤੇ ਵਿਗਾਸ ਵਿੱਚ ਆਵੇਗਾ। ਸੁਣ ਸਾਸ ਦਾਗਰੇ, ਸਤ ਘੋੜੇ ਲੈ ਚੱਲ। ਕਹਿਣ ਲੱਗੇ ਪੁੱਤ, ਜੇ ਤੁਸਾਂ ਨੇ, ਮਾਤਾ ਜੀ ਕਹਿਣ ਲੱਗੇ, ਮਾਤਾ ਤ੍ਰਿਪਤਾ ਜੀ, ਤੁਸੀਂ ਨਹੀਂ ਕਰਨੀ ਦੁਕਾਨ ਤਾਂ ਰਹਿਣ ਦਿਓ, ਇੱਕ ਥਾਂ ਤੇ ਬੱਝ ਕੇ ਬਹਿਣਾ ਪੈਂਦਾ, ਤੁਸੀਂ ਵਪਾਰ ਕਰ ਲਓ, ਸੌਦਾਗਰੀ ਕਰ ਲਓ, ਘੋੜੇ ਖਰੀਦ ਕੇ ਲੈ ਆਂਦੇ, ਵੇਚ ਦਿੱਤੇ, ਨਾਲੇ ਦੇਸ਼ਾਂ ਵਿਦੇਸ਼ਾਂ ਦਾ ਭਰਮਣ ਹੋ ਜਾਇਆ ਕਰੇਗਾ। ਇਹੀ ਚਾਹੁੰਦੇ ਹੋ ਤੁਸੀਂ, ਘੁੰਮਣਾ ਫਿਰਨਾ। ਤੇ ਆ ਘੁੰਮਣ ਫਿਰਨ ਵਾਲਾ ਕੰਮ ਹੈ, ਜਿੱਥੇ ਮਰਜ਼ੀ ਜਿਹੜੇ ਦੇਸ਼ 'ਚ ਚੰਗਾ ਘੋੜਾ ਮਿਲੇ ਉੱਥੋਂ ਖਰੀਦ ਕੇ ਦੂਜੇ ਦੇਸ਼ ਵੇਚ ਕੇ, ਘੱਟੋ ਘੱਟ ਪੁੱਤ ਜੀ ਮੈਨੂੰ ਆਸ ਤਾਂ ਹੋਵੇਗੀ ਵੀ ਮੇਰਾ ਪੁੱਤ 6 ਮਹੀਨਿਆਂ ਸਾਲ ਬਾਅਦ ਵਾਪਸ ਆਵੇਗਾ। ਪਰ ਉਦਾਸੀ ਤੇ ਗਿਆ ਦਾ ਮੈਨੂੰ ਕੀ ਪਤਾ ਤੁਸੀਂ ਪਰਤਣਾ ਕਦੋਂ, ਪਰਤਣਾ ਕਿ ਨਹੀਂ ਪਰਤਣਾ। ਜਦੋਂ ਮਾਤਾ ਜੀ ਨੇ ਬਚਨ ਕਹੇ, ਸੁਣ ਕੇ ਪਾਤਸ਼ਾਹ ਨੇ ਫਿਰ ਇਹ ਤੀਜਾ ਬੰਦ ਸ਼ਬਦ ਦਾ ਉਚਾਰਨ ਕੀਤਾ ਕਿ ਸ਼ਾਸਤਰਾਂ ਦੀ, ਧਰਮ ਗ੍ਰੰਥਾਂ ਦੀ ਕਥਾ ਸੁਣਨੀ। ਤੁਸੀਂ ਕਥਾ ਸਰਵਣ ਕਰ ਰਹੇ ਹੋ, ਧਰਮ ਗ੍ਰੰਥਾਂ ਦੀ, ਗੁਰਬਾਣੀ ਦੀ ਕਥਾ ਸੁਣਨੀ, ਸ਼ਾਸਤਰਾਂ ਦੀ ਕਥਾ ਸੁਣਨੀ।
ਇਹ ਮੇਰਾ ਸੌਦਾਗਰੀ ਪੁਣਾ ਹੈ। ਸੌਦਾਗਰ ਹੁੰਦੇ ਘੋੜਿਆਂ ਦਾ ਵਪਾਰ ਕਰਨ ਵਾਲੇ ਨੂੰ ਸੌਦਾਗਰ ਕਹਿੰਦੇ। ਇਹ ਮੇਰਾ ਸੌਦਾਗਰ ਪੁਣਾ ਹੈ ਕਿ ਮੈਂ ਸ਼ਾਸਤਰਾਂ ਦੀ, ਧਰਮ ਗ੍ਰੰਥਾਂ ਦੀ ਕਥਾ ਸੁਣਦਾ, ਸ਼ਾਸਤਰਾਂ ਨੂੰ ਸੁਣਦਾ, ਔਰ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦੇ ਘੋੜੇ ਉਹ ਮੈਂ ਲੈ ਕੇ ਚੱਲਦਾ, ਉਹ ਮੈਂ ਆਪਣੇ ਨਾਲ ਲੈ ਕੇ ਚੱਲਦਾ। ਵਪਾਰ ਕਰਦਾ ਹਾਂ ਘੋੜਿਆਂ ਦਾ, ਮੈਂ ਸੌਦਾਗਰ ਹਾਂ। ਤੇ ਸੌਦਾਗਰੀ ਮੇਰੀ ਕੀ ਹੈ ਕਿ ਮੈਂ ਸ਼ਾਸਤਰਾਂ ਨੂੰ ਸੁਣਦਾ, ਧਰਮ ਗ੍ਰੰਥਾਂ ਨੂੰ ਸੁਣਦਾ, ਉਹਨਾਂ ਦੀ ਕਥਾ ਸੁਣਦਾ। ਤੇ ਫਿਰ ਸਤ ਸੰਤੋਖ ਦਇਆ ਖਿਮਾ ਤਤਿਕਸ਼ਾ ਇਹ ਜਿਤਨੇ ਵੀ ਸ਼ੁਭ ਗੁਣ ਨੇ, ਸ਼ਾਂਤੀ ਧੀਰਜ ਮੈਤਰੀ ਮੁਦਤਾ ਕਰੁਣਾ ਉਪੇਖਿਆ, ਇਹ ਜਿਤਨੇ ਵੀ ਸ਼ੁਭ ਗੁਣ ਨੇ ਹੇ ਮਾਤਾ, ਇਹ ਘੋੜੇ ਨੇ ਮੇਰੇ ਜਿਹੜੇ ਮੈਂ ਨਾਲ ਲੈ ਕੇ ਚੱਲਦਾ ਹਾਂ। ਖਰਚ ਬਨ ਚੰਗਿਆਈਆਂ ਮਤ ਮਨ ਜਾਣੈ ਕੱਲ। ਮੈਂ ਆਪਣੇ ਨਾਲ ਚੰਗਿਆਈਆਂ ਦਾ ਖਰਚਾ ਵੀ ਬੰਨਿਆ, ਦੂਰ ਦੇਸ਼ ਜਾਣਾ ਘੋੜੇ ਲੈ ਕੇ ਤੇ ਖਰਚਾ ਚਾਹੀਦਾ। ਇਸ ਲੋਕ ਤੋਂ ਪਰਲੋਕ ਤੱਕ ਦੀ ਯਾਤਰਾ ਛੋਟੀ ਨਹੀਂ ਹੈ, ਬੜੀ ਲੰਬੀ ਯਾਤਰਾ ਹੈ। ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਬੜਾ ਲੰਮਾ ਪਿੰਡ ਹੈ। ਤੇ ਮਾਤਾ ਜੀ ਉਸ ਲੰਮੇ ਪੈਂਡੇ 'ਚ ਬੜਾ ਵੱਡਾ ਖਰਚਾ ਚਾਹੀਦਾ ਕੋਲ, ਰਸਤੇ 'ਚ ਕੰਮ ਆਉਣ ਲਈ। ਤੇ ਮੈਂ ਆਪਣੇ ਨਾਲ ਚੰਗਿਆਈਆਂ ਦਾ ਖਰਚ ਬੰਨਿਆ। ਖਰਚ ਬੰਨ ਚੰਗਿਆਈਆਂ, ਚੰਗਿਆਈਆਂ ਦਾ ਜਿਹੜਾ ਖਰਚਾ ਹੈ ਉਹ ਮੈਂ ਆਪਣੇ ਨਾਲ ਬੰਨ ਲਿਆ ਹੈ, ਨਾਲ ਲੈ ਲਿਆ, ਜਿਹੜਾ ਨਾਲ ਨਿਭਣਾ। ਕਿਉਂਕਿ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ। ਇਹ ਚੰਗਿਆਈਆਂ ਬੁਰਿਆਈਆਂ ਹੀ ਧਰਮਰਾਜੇ ਦੇ ਹਦੂਰ ਸਾਹਮਣੇ ਦੱਸੀਆਂ ਜਾਣੀਆਂ। ਤੋ ਮੈਂ ਆਪਣੇ ਨਾਲ ਚੰਗਿਆਈਆਂ ਦਾ ਖਰਚ ਬੰਨ ਲਿਆ। ਤੇ ਜਦੋਂ ਚੰਗਿਆਈਆਂ ਦਾ ਖਰਚ ਮੈਂ ਬੰਨਣਾ ਸ਼ੁਰੂ ਕੀਤਾ, ਆਲਸ ਨਹੀਂ ਕੀਤਾ ਵੀ ਚਲੋ ਕੋਈ ਨਹੀਂ ਕੱਲ ਨੂੰ ਬੰਨ ਲਵਾਂਗੇ। ਮਤ ਮਨ ਜਾਣਾ ਕੱਲ, ਕੱਲ ਤੇ ਨਹੀਂ ਛੱਡੀ ਇਹ ਬਾਤ, ਕੱਲ ਤੇ ਨਹੀਂ ਛੱਡੀ ਇਹ ਗੱਲ ਕਿ ਚਲੋ ਕੱਲ ਬੰਨ ਲਵਾਂਗੇ। ਕਹਿੰਦੇ ਅੱਜ ਹੀ, ਹੁਣੇ ਹੀ। ਕੱਲ ਨਾਮ ਤਾਂ ਕਾਲ ਦਾ, ਸਿਆਣੇ ਕਹਿੰਦੇ। ਕੱਲ ਕੱਲ ਕਰਦਿਆਂ ਤੇ ਕਾਲ ਨੇ ਵਿਆਪ ਜਾਣਾ। ਕਿਸੇ ਕੰਮ ਲਈ, ਭਲੇ ਕੰਮ ਲਈ ਅਸੀਂ ਆਲਸੀ ਹੋ ਜਾਈਏ, ਕੋਈ ਨਹੀਂ ਕੱਲ ਕਰਾਂਗੇ। ਕੱਲ ਵੀ ਲੰਘ ਜਾਂਦੀ ਹੈ, ਫਿਰ ਅੱਗੇ ਕੱਲ ਕਰਾਂਗੇ, ਉਹ ਵੀ ਲੰਘ ਜਾਂਦੀ ਹੈ, ਫਿਰ ਕੱਲ ਕਰਾਂਗੇ। ਤੇ ਕਹਿੰਦੇ ਮੈਂ ਕੱਲ ਤੇ ਗੱਲ ਨਹੀਂ ਛੱਡੀ, ਕਿਉਂਕਿ ਕੱਲ ਹਜੇ ਬੜੀ ਦੂਰ ਹੈ। ਪਲਕ ਅਜੇ ਹੈ ਦੂਰ ਨਹੀਂ, ਵਿੱਚ ਹੱਥਾਂ ਆਈ। ਭਲਕੇ ਆਪਾਂ ਕੱਲ ਵੀ ਕਹਿ ਦਿੰਦੇ, ਭਲਕੇ ਪੰਜਾਬੀ ਦਾ ਸ਼ਬਦ ਹੈ, ਬੜਾ ਪਿਆਰਾ ਸ਼ਬਦ ਭਲਕੇ। ਬੀਤ ਚੁੱਕੇ ਸਮੇਂ ਨੂੰ ਕੱਲ ਕਹਿ ਦਿੰਦੇ ਆ ਵੀ ਜਿਹੜਾ ਲੰਘ ਗਿਆ ਵੇੜਾ ਕੱਲ। ਤੇ ਹੁਣ ਉਹੀ ਕੱਲ ਆਉਣ ਵਾਲੇ ਸਮੇਂ ਲਈ ਵੀ ਵਰਤ ਲੈਂਦੇ ਆ। ਪਰ ਪੰਜਾਬੀ ਦੇ ਵਿੱਚ ਕਿੰਨਾ ਸ਼ਬਦਕੋਸ਼, ਕਿੰਨਾ ਵਿਸ਼ਾਲ ਹੈ। ਭਲਕੇ, ਜਦੋਂ ਭਲਕੇ ਕਹਿਣਾ ਯਾਨੀ ਕਿ ਆਉਣ ਵਾਲੀ ਕੱਲ। ਜਦੋਂ ਕੱਲਾ ਕਹੇ ਵੀ ਕੱਲ, ਉਹ ਬੰਦਾ ਸਮਝਦਾ ਸ਼ਾਇਦ ਬੀਤੇ ਹੋਏ ਕੱਲ ਦੀ ਬਾਤ ਕਰਦਾ। ਇਸ ਕਰਕੇ ਫਿਰ ਜਦੋਂ ਕਿਹਾ ਭਲਕੇ, ਤੇ ਭਲਕੇ ਨਾਲ ਸਪਸ਼ਟ ਹੋ ਗਿਆ ਵੀ ਆਉਣ ਵਾਲੇ ਸਮੇਂ। ਪਲਕ ਅਜੇ ਹੈ ਦੂਰ ਨਹੀਂ, ਵਿੱਚ ਹੱਥਾਂ ਆਈ। ਮੈਂ ਇਹ ਕੰਮ ਭਲਕ ਤੇ ਨਹੀਂ ਛੱਡਿਆ। ਮਹਾਰਾਜ ਜੀ ਕਹਿੰਦੇ ਕੱਲ ਤੇ ਨਹੀਂ ਛੱਡਿਆ, ਅੱਜ ਹੀ, ਹੁਣੇ ਹੀ ਇਹ ਚੰਗਿਆਈਆਂ ਦਾ ਖਰਚ ਬੰਨ ਲਿਆ। ਜਦੋਂ ਕਿਤੇ ਮੌਕਾ ਬਣਿਆ ਵੀ ਇਹ ਭਲਾ ਕਰਨਾ, ਇਹ ਭਲਾ ਮੇਰੇ ਕੋਲੋਂ ਮੇਰੇ ਸਾਹਿਬ ਕਰਾ ਰਹੇ ਨੇ, ਮੈਂ ਕਰਨ ਦੀ ਕਸ਼ਮਤਾ ਰੱਖਦਾ ਹਾਂ, ਉਸੇ ਵੇਲੇ ਕਰ ਦਿੱਤਾ। ਮੰਨ ਲਓ ਕਿਸੇ ਦੇ ਕੋਲ ਕੋਈ ਭਲਾ ਕਰਨ ਦਾ, ਕੋਈ
ਚੰਗਾ ਕਰਨ ਦਾ ਸਮਾਂ ਬਣ ਗਿਆ ਵੀ ਹਾਂ ਤੂੰ ਹੁਣ ਆਹ ਚੰਗਾ ਕੰਮ ਕਰਨਾ, ਕਿਸੇ ਦਾ ਉਹਦੇ 'ਚ ਭਲਾ ਹੈ, ਕਿਸੇ ਦੇ ਉਹਦੇ ਪ੍ਰਤੀ ਕਿਸੇ ਪ੍ਰਤੀ ਪਰਉਪਕਾਰ ਹੈ ਤਾਂ ਇਹ ਕੋਈ ਨਹੀਂ ਕਰ ਲਵਾਂਗੇ, ਟਾਲਾ ਨਹੀਂ ਕਰਨਾ ਚਾਹੀਦਾ, ਕਰ ਦੇਵੇ। ਇਹ ਖਰਚਾ ਹੈ ਚੰਗਿਆਈਆਂ ਦਾ, ਜਿੰਨਾ ਪੱਲੇ ਬੰਨ ਲਵਾਂਗੇ ਓਨਾ ਹੀ ਲਾਹਾ ਹੋਵੇਗਾ। ਹਾਂਜੀ। ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹਿ ਮਹਲ। ਕਹਿੰਦੇ ਜਦੋਂ ਏਦਾਂ ਤਿਆਰੀ ਹੋ ਗਈ ਫਿਰ ਮੈਂ ਆਪਣੇ ਨਿਰੰਕਾਰ ਦੇ ਦੇਸ਼ ਗਿਆ ਤੇ ਫਿਰ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਉੱਥੇ ਫਿਰ ਮਹਿਲ ਦਾ ਜੋ ਪਰਮੇਸ਼ਰ ਦੇ ਸਰੂਪ ਦਾ ਸੁੱਖ ਹੈ ਉਹ ਪ੍ਰਾਪਤ ਹੁੰਦਾ ਹੈ। ਤਾਂ ਸੁਖ ਲਹਿ ਮਹਲ, ਜਿਹੜਾ ਇਦਾਂ ਦਾ ਖਰਚਾ ਪੱਲੇ ਬੰਨ ਲੈਂਦਾ ਹੈ, ਇਦਾਂ ਦੀ ਸੌਦਾਗਰੀ ਕਰਦਾ, ਇਦਾਂ ਦੇ ਘੋੜੇ ਨਾਲ ਲੈ ਕੇ ਚੱਲਦਾ, ਫਿਰ ਉਹਨੂੰ ਨਿਰੰਕਾਰ ਦੇ ਘਰ ਵਿੱਚ ਨਿਰੰਕਾਰ ਦੇ ਦੇਸ਼ ਦੀ ਉਹਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਵਿੱਚ ਹੀ ਇੱਕ ਮਿਕ ਹੋ ਜਾਂਦਾ ਹੈ। ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ। ਨਹੀਂ ਕਰਦੇ ਵਪਾਰ ਨਾ ਕਰੋ, ਕੋਈ ਨੌਕਰੀ ਕਰ ਲੋ ਕਿਤੇ। ਤੇ ਪਾਤਸ਼ਾਹ ਕਹਿੰਦੇ ਮੈਂ ਨੌਕਰੀ ਵੀ ਕਰਦਾ, ਜਿਹੜਾ ਮੈਂ ਚਿੱਤ ਲਾਇਆ ਨਾ ਆਪਣੇ ਵਾਹਿਗੁਰੂ ਨਾਲ, ਲਾਏ ਚਿੱਤ, ਚਿੱਤ ਜੋੜਿਆ ਹੋਇਆ ਪ੍ਰਭੂ ਨਾਲ, ਤੇ ਇਹੀ ਮੇਰੀ ਹੈ ਚਾਕਰੀ, ਨੌਕਰੀ ਮੇਰੀ ਇਹੀ ਹੈ। ਲਾਏ ਚਿੱਤ ਕਰ ਚਾਕਰੀ, ਮੇਰੀ ਨੌਕਰੀ ਮੇਰੀ ਚਾਕਰੀ ਇਹੀ ਹੈ ਕਿ ਮੈਂ ਆਪਣਾ ਚਿੱਤ ਉਹਦੇ ਨਾਲ ਜੋੜਿਆ ਹੋਇਆ, ਨਿਰੰਕਾਰ ਨਾਲ ਜੋੜਿਆ। ਇੱਥੇ ਚਾਕਰੀ ਸ਼ਬਦ ਹੈ, ਚਾਕਰੀ, ਜਿਹੜਾ ਚਾਅ ਨਾਲ ਕੀਤਾ ਜੇ ਉਹਨੂੰ ਚਾਕਰੀ ਕਹਿੰਦੇ ਆ, ਜਿਹੜਾ ਬੱਧਾ ਰੁੱਧਾ ਕੀਤਾ ਜੇ ਉਹਨੂੰ ਨੌਕਰੀ ਕਹਿੰਦੇ ਆ। ਨੌਕਰੀ ਚਾਕਰੀ ਦੇ ਵਿੱਚ ਹੀ ਪ੍ਰਤੀਤ ਹੋਣੀ ਚਾਹੀਦੀ ਹੈ। ਕੋਈ ਵੀ ਕੋਈ ਨੌਕਰੀ ਕਰਦਾ ਉਹਨੂੰ ਉਹ ਨੌਕਰੀ ਚਾਅ ਨਾਲ ਹੀ ਕਰਨੀ ਚਾਹੀਦੀ, ਬੱਧੇ ਰੁੱਧੇ ਨਹੀਂ। ਤੋ ਨਿਰੰਕਾਰ ਪਰਮੇਸ਼ਰ ਨਾਲ ਮੈਂ ਚਿੱਤ ਜੋੜਿਆ, ਇਹ ਮੇਰੀ ਚਾਕਰੀ ਹੈ, ਮੈਂ ਚਾਅ ਨਾਲ ਕਰਦਾ ਇਹ ਕੰਮ। ਅਕਸਰ ਕਈ ਬੰਦਿਆਂ ਕੋਲੋਂ ਸੁਣਿਆ ਹੋਵੇਗਾ ਵੀ ਮੇਰਾ ਇਹ ਸ਼ੌਂਕ ਹੈ ਇਹ ਕੰਮ ਦਾ, ਉੱਦਾਂ ਵੈਸੇ ਮੈਂ ਹੋਰ ਕੰਮ ਵੀ ਕਰਦਾ ਪਰ ਆਹ ਕੰਮ ਕਰਨਾ ਮੇਰਾ ਸ਼ੌਂਕ ਹੈ, ਚਾਅ ਨਾਲ ਕਰਦਾ, ਆਪਣੀ ਖੁਸ਼ੀ ਲਈ ਕਰਦਾ, ਉਹਨੂੰ ਕਹਿੰਦੇ ਚਾਕਰੀ। ਤੋ ਪਰਮੇਸ਼ਰ ਨਾਲ ਚਿੱਤ ਜੋੜਨਾ ਇਹ ਮੇਰੀ ਚਾਕਰੀ ਹੈ। ਮਨ ਨਾਮ ਕਰ ਕੰਮ, ਹੁਣ ਚਾਕਰ ਨੂੰ ਕੰਮ ਵੀ ਤਾਂ ਕਰਨਾ ਪੈਂਦਾ, ਕੋਈ ਨਾ ਕੋਈ ਕੰਮ ਤਾਂ ਕਰਨਾ ਪੈਂਦਾ। ਕਹਿੰਦੇ ਮੈਂ ਕੰਮ ਕੀ ਕਰਦਾ, ਪਰਮੇਸ਼ਰ ਦਾ ਨਾਮ ਮੰਨਦਾ, ਬਸ ਇਹ ਮੇਰਾ ਕੰਮ ਹੈ। ਮੇਰਾ ਕੰਮ ਕੀ ਹੈ ਕਿ ਉਹਦੇ ਨਾਮ ਨੂੰ ਮੈਂ ਮੰਨਦਾ ਹਾਂ, ਉਹਦੇ ਨਾਮ ਨੂੰ ਮੈਂ ਪੂਜਦਾ ਹਾਂ, ਉਸ ਦੇ ਨਾਮ ਦਾ ਹਿਰਦੇ 'ਚ ਮਨਨ ਕਰਦਾ, ਮਨਨ, ਹਿਰਦੇ 'ਚ ਮਨਨ ਕਰਦਾ ਉਸ ਦੇ ਨਾਮ ਦਾ। ਇਹ ਮੇਰਾ ਕੰਮ ਹੈ, ਇਹ ਮੇਰਾ ਪ੍ਰਯੋਜਨ ਹੈ, ਮੇਰੀ ਜ਼ਿੰਦਗੀ ਦਾ ਮਨੋਰਥ ਹੈ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਮਨਨ ਕਰਨਾ, ਉਸ ਨੂੰ ਮੰਨਣਾ, ਇਹੀ ਮੇਰਾ ਕੰਮ ਹੈ। ਬਨ ਬਦੀਆਂ ਕਰ ਧਾਵਣੀ ਤਾਕੋ ਆਖੈ ਧਨ। ਕਹਿੰਦੇ ਫੇਰ ਜਿਹੜੀਆਂ ਹੁਣ ਕਿਸੇ ਮਾਲਕ ਦੀ ਜਿਹਦੀ ਨੌਕਰੀ ਕਰ ਰਹੇ ਆ, ਚਾਕਰੀ ਕਰ ਰਹੇ ਆ, ਅਚਾਨਕ ਹਮਲਾ ਹੋ ਗਿਆ ਦੁਸ਼ਮਣ ਦਾ, ਤੇ ਫਿਰ ਕੀ ਅਸੀਂ ਉਸ ਮਾਲਕ ਨੂੰ ਛੱਡ ਕੇ ਦੌੜ ਜਾਣਾ? ਕਹਿੰਦੇ ਨਹੀਂ, ਮੈਂ ਜਿਹੜੀਆਂ ਬਦੀਆਂ ਨੇ ਨਾ, ਬਦੀਆਂ ਮੈੜੇ ਭੈੜੇ ਕੰਮ, ਇਹਨਾਂ ਨੂੰ ਬੰਨ ਕੇ, ਕਿਉਂਕਿ ਹਮਲਾ ਕਰਦੀਆਂ ਨੇ ਦੁਸ਼ਮਣ ਨੇ ਬਦੀਆਂ, ਇਹ ਬਦੀਆਂ ਆਉਂਦੀਆਂ ਬਾਰ-ਬਾਰ। ਬਦੀ ਕੀ ਹੈ? ਚੰਗਾ ਕੰਮ ਕਰਦਿਆਂ ਇੱਕਦਮ ਮਾੜਾ ਖਿਆਲ ਆ ਜਾਣਾ ਵੀ ਆਹ ਕਰੀਏ, ਇਹ ਬਦੀ ਹੈ। ਇਹ ਜਿਹੜੀਆਂ ਬਦੀਆਂ ਆਉਂਦੀਆਂ ਨੇ ਨਾ ਹਮਲਾ ਕਰਕੇ, ਮੈਂ ਇਹਨਾਂ ਨੂੰ ਬੰਨ ਕੇ ਧਾਵਣੀ ਭਜਾ ਦਿੱਤਾ, ਦੌੜਾ ਦਿੱਤਾ, ਮੈਂ ਇਹਨਾਂ ਤੇ ਧਾਵਾ ਬੋਲਿਆ, ਹਮਲਾ ਕਰ ਦਿੱਤਾ ਵੀ ਦੌੜੋ ਵੀ ਅੱਗੇ ਲੱਗ ਕੇ, ਭੱਜ ਜਾਓ ਇੱਥੋਂ। ਇਹ ਮੇਰੇ ਸੁਆਮੀ ਦਾ ਮੰਦਰ ਹੈ, ਸਰੀਰ, ਇਹ ਤਨ, ਇਹ ਮੇਰੇ ਸੁਆਮੀ ਦਾ, ਅਕਾਲ ਪੁਰਖ ਦਾ ਮੰਦਰ ਹੈ, ਉਹਦਾ ਘਰ ਹੈ, ਮੈਂ ਉਹਦਾ ਨੌਕਰ ਹਾਂ। ਇਸ ਘਰ ਦੇ ਵਿੱਚ ਤੁਹਾਨੂੰ ਕੋਈ ਥਾਂ ਨਹੀਂ, ਦੌੜ ਜਾਓ ਇੱਥੋਂ, ਭੱਜ ਜਾਓ ਇੱਥੋਂ, ਮੈਂ ਇਸ ਘਰ ਦਾ ਨੌਕਰ ਹਾਂ।
ਉਸ ਸਵਾਮੀ ਦੇ ਘਰ ਦਾ ਨੌਕਰ ਹਾਂ। ਹੁਣ ਇਸ ਘਰ ਦੇ ਵਿੱਚ ਕੀ ਮਜਾਲ ਬਦੀਆਂ ਆ ਜਾਣ। ਕਹਦੇ ਮੈਂ ਉਹਨਾਂ ਬਦੀਆਂ ਨੂੰ ਬੰਨ੍ਹ ਕੇ ਧਾਵਾ ਕਰ ਦਿੱਤਾ, ਉਹਨਾਂ ਤੇ ਹਮਲਾ ਕਰ ਦਿੱਤਾ। ਤੇ ਜਿਨ੍ਹਾਂ ਨੇ ਧਾਵਾ ਕਰਕੇ ਇਹਨਾਂ ਬਦੀਆਂ ਨੂੰ ਨਠਾ ਦਿੱਤਾ, ਆਪਣੇ ਅੰਦਰੋਂ ਭਜਾ ਦਿੱਤਾ, ਪਾਤਸ਼ਾਹ ਕਹਿੰਦੇ ਉਹ ਲੋਕ ਧਨ ਹਨ, ਉਹ ਮਨੁੱਖ ਧਨ ਹਨ। ਤਾਂ ਕੋ ਆਖੈ ਧਨ, ਉਹ ਤਾਂ ਧਨ ਹੈ ਨਹੀਂ, ਉਹਨਾਂ ਦੀ ਮਾਤਾ ਵੀ ਧਨ। ਤਾਂ ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਉਹਨਾਂ ਦੀ ਮਾਤਾ ਵੀ ਧਨ ਹੈ, ਜਿਨ੍ਹਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਸਫਲਾ ਹੋ ਗਿਆ, ਕਿਰਤਾਰਥ ਹੋ ਗਿਆ। ਧਨ ਹਨ ਉਹ ਜਿਨ੍ਹਾਂ ਨੇ ਬਦੀਆਂ ਨੂੰ ਭਜਾ ਦਿੱਤਾ, ਜਿਨ੍ਹਾਂ ਨੇ ਚਿੱਤ ਲਾ ਕੇ ਆਪਣੇ ਸਵਾਮੀ ਦੀ ਚਾਕਰੀ ਕੀਤੀ ਹੈ। ਚਾਕਰੀ ਕਰਦੇ ਭਾਈ ਉਦੈ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮੋਹਕਮ ਸਿੰਘ ਜੀ, ਸਾਹਿਬ ਸਿੰਘ ਜੀ, ਕਲਗੀਧਰ ਦੀ ਚਾਕਰੀ ਕਰਦੇ। ਆਉਂਦੇ ਆ ਦੁਸ਼ਮਣ ਚੜ ਕੇ, ਫਿਰ ਧਾਵਾ ਕਰਕੇ ਉਹਨਾਂ ਨੂੰ ਰੋਕਦੇ ਆ। ਇਨ ਬਿਨ ਇਸੇ ਪ੍ਰਕਾਰ ਅਧਿਆਤਮਕ ਰੂਪ ਦੇ ਵਿੱਚ ਅੰਦਰ ਵੀ ਸਾਡੇ ਇਦਾਂ ਦਾ ਜੰਗ ਯੁੱਧ ਚੱਲਦਾ ਰਹਿੰਦਾ। ਬਦੀਆਂ ਆਉਂਦੀਆਂ ਨੇ ਚੜ ਕੇ ਬਾਰ-ਬਾਰ, ਬਦੀਆਂ ਪ੍ਰਭਾਵ ਪਾਣਾ ਚਾਹੁੰਦੀਆਂ ਨੇ ਵੀ ਚੰਗਿਆਈ ਨੂੰ ਲੁਕਾ ਲਈਏ, ਚੰਗਿਆਈ ਨੂੰ ਖਤਮ ਕਰ ਦਈਏ, ਪਰ ਆਖਰਕਾਰ ਬਦੀ ਨੂੰ ਹਾਰਨਾ ਪੈਂਦਾ ਤੇ ਫਿਰ ਚੰਗਿਆਈ ਜਿਹੜੀ ਹੁੰਦੀ ਹੈ, ਨੇਕੀ, ਉਹ ਜਿੱਤਦੀ ਹੈ। ਨੇਕੀ ਜਿੱਤਦੀ ਹੈ ਤੇ ਬਦੀ ਹਾਰਦੀ। ਤੇ ਜਿਹੜੇ ਬਦੀ ਨੂੰ ਹਰਾ ਕੇ ਆਪਣੇ ਅੰਦਰ ਨੇਕੀ ਨੂੰ ਪ੍ਰਬਲ ਕਰਦੇ ਨੇ, ਜਿਵੇਂ ਉੱਪਰ ਕਹਿ ਆਏ ਨੇ ਵੀ ਚੰਗਿਆਈਆਂ ਦਾ ਖਰਚ, ਨੇਕੀਆਂ ਦਾ ਆਪਣੇ ਅੰਦਰ ਅੰਤਸ਼ਕਰਨ ਦੇ ਵਿੱਚ ਉਹ ਖਜ਼ਾਨਾ ਬੰਨ੍ਹਦੇ ਆ, ਪੱਲੇ ਬੰਨ੍ਹਦੇ ਆ, ਉਹ ਲੋਕ, ਉਹ ਪੁਰਸ਼, ਉਹ ਮਨੁੱਖ ਧਨ ਹਨ। ਨਾਨਕ ਵੇਖੈ ਨਦਰ ਕਰ, ਚੜ੍ਹੈ ਚਵਗਣ ਵਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਖੀਰਲੀ ਪੰਕਤੀ 'ਚ ਫਰਮਾਨ ਕਰਦੇ ਨੇ ਕਿ ਭਾਈ ਜਿਹੜੇ ਇਹੋ ਜਿਹੇ ਚਾਕਰ ਬਣਦੇ ਨੇ, ਇਦਾਂ ਦੇ ਹਮ ਚਾਕਰ ਗੋਬਿੰਦ ਕੇ, ਜਿਹੜੇ ਇਸ ਤਰ੍ਹਾਂ ਚਾਕਰ ਬਣਦੇ ਹਨ, ਇਸ ਤਰ੍ਹਾਂ ਨੌਕਰੀ ਕਰਦੇ ਆਪਣੇ ਮਾਲਕ ਦੇ ਦਰ ਦੀ, ਉਹਨਾਂ ਵੱਲ ਫਿਰ ਸੁਆਮੀ ਜੀ ਨਜ਼ਰ ਕਰਕੇ ਵੇਖਦੇ ਨੇ। ਨਜ਼ਰ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਵੇਖਦੇ ਨੇ। ਨਾਨਕ ਵੇਖੈ ਨਜ਼ਰ ਕਰ, ਕਿਰਪਾ ਭਰੀ ਸਵੱਲੀ ਨਿਗਾਹ ਦੇ ਨਾਲ ਜਦੋਂ ਵੇਖਦੇ ਨੇ, ਫਿਰ ਚੜਾ ਚਵਗਣ ਵਨ, ਜਿੰਨਾ ਰੰਗ ਪਹਿਲਾਂ ਚੜਿਆ ਹੁੰਦਾ ਨਾ, ਜਦੋਂ ਨਜ਼ਰ ਹੁੰਦੀ ਹੈ ਪਰਮੇਸ਼ਰ ਦੀ, ਫਿਰ 4 ਗੁਣਾ ਉਹਦੇ ਨਾਲ ਹੋਰ ਚੜ ਜਾਂਦਾ ਰੰਗ। ਜਿੰਨਾ ਪਹਿਲਾਂ ਹੁੰਦਾ ਗੁਰੂ ਸਾਹਿਬ ਦੀ, ਪਰਮੇਸ਼ਰ ਦੀ ਨਜ਼ਰ ਨਾਲ ਕਿਰਪਾ ਦ੍ਰਿਸ਼ਟੀ ਜਦੋਂ ਵਰਤਦੀ ਹੈ, ਉਸ ਰੰਗ ਨਾਲੋਂ 4 ਗੁਣਾ ਹੋਰ ਚੜ ਜਾਂਦਾ। ਚੜਾ ਚਵਗਣ ਵਨ, 4 ਗੁਣਾ ਹੋ ਜਾਂਦਾ ਫਿਰ ਉਹ ਰੰਗ। ਸਤਿਗੁਰੂ ਜੀ ਕਿਰਪਾ ਕਰਨ, ਐਸਾ ਰੰਗ ਸਾਡੇ ਹਿਰਦਿਆਂ ਨੂੰ ਲੱਗ ਜਾਵੇ। ਗੁਰੂ ਕੀ ਪਾਵਨ ਪਵਿੱਤਰ ਅਗਾਧ ਬੋਧ ਬਾਣੀ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।